ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸਤਨਾਮ ਵਾਹਿਗੁਰੂ ਸਾਹਿਬ ਜੀ। ਮਾਘ ਮੱਝਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਹਰਿ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ। ਮਾਘ ਮੱਝਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਹਰਿ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ। ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ। ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸੁਆਨ। ਸੱਚਾ ਮਾਰਗ ਚਲਦਿਆਂ ਉਸਤਤ ਕਰੇ ਜਹਾਨ। 68 ਤੀਰਥ ਸਗਲ ਪੁੰਨ ਜੀ ਦਇਆ ਪਰਵਾਨ। ਜਿਸਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ। ਜਿਨ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ। ਮਾਘ ਸੁੱਚੇ ਸੇ ਕਾਂਢੀਐ ਜਿਨ ਪੂਰਾ ਗੁਰ ਮਿਹਰਵਾਨ। ਮਾਘ ਸੁੱਚੇ ਸੇ ਕਾਂਢੀਐ ਜਿਨ ਪੂਰਾ ਗੁਰ ਮਿਹਰਵਾਨ। ਚਵਰ ਛਤਰ ਤਖਤ ਦੇ ਮਾਲਿਕ ਵਾਲੀਏ ਕੁਲ ਆਲਮ ਰੂਹਾਨੀਅਤ ਦੇ ਮੁਜੱਸਮੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤਿਨਾਂ ਦੀ ਪਾਕ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਸਤ ਸੰਗੀ ਜਨੋਂ ਵਡਭਾਗੇ ਹਾਂ, ਜੋ ਐਸੇ ਦੀਨ ਦਿਆਲ ਸਤਿਗੁਰਾਂ ਦੀ ਹਜ਼ੂਰੀ ਦਾ ਆਨੰਦ ਮਾਣਦੇ ਪਏ ਹਾਂ। ਸਤਿਗੁਰੂ ਜੀ ਨੇ ਕਿਰਪਾ ਮਿਹਰਾਮਤ ਬਖਸ਼ਿਸ਼ ਕੀਤੀ ਹੈ, ਜੋ ਅੱਜ ਮਾਘ ਦਾ ਮਹੀਨਾ ਆਰੰਭ ਹੋਇਆ। ਸਤਿਗੁਰੂ ਜੀ ਨੇ 12 ਮਹਾਬਾਣੀ ਅੰਦਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਮਝਾਉਣਾ ਕਰਦੇ ਨੇ ਕਿ ਮਾਘ ਦੇ ਮਹੀਨੇ ਦੇ ਅੰਦਰ ਸਿੱਖਾ, ਜਿਹੜਾ ਤੇਰਾ ਜੀਵਨ ਹੈ ਉਸ ਮਹੀਨੇ ਦੇ ਅੰਦਰ ਆਪਣੀ ਜ਼ਿੰਦਗੀ ਨੂੰ ਤੂੰ ਕਿਵੇਂ ਬਤੀਤ ਕਰਨਾ। ਸਤਿਗੁਰੂ ਦੀ ਕਿਰਪਾ ਦੇ ਨਾਲ ਜੋ ਪੋਖ ਦਾ ਮਹੀਨਾ, ਪਿਛਲਾ ਪੋਹ ਦਾ ਮਹੀਨਾ ਬਤੀਤ ਹੋਇਆ, ਸਤਿਗੁਰਾਂ ਦੀ ਬਾਣੀ ਦੇ ਅੰਦਰ ਯਾਦ ਅੰਦਰ ਬਤੀਤ ਹੋਇਆ। ਸਤਿਗੁਰੂ ਕਿਰਪਾ ਕਰਨ ਮਾਘ ਦੇ ਮਹੀਨੇ ਦੀ ਵਿਚਾਰ ਤੋਂ ਪਹਿਲਾਂ, ਆਰੰਭ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਨੂੰ ਗੁਜਾਰਨਾ ਕਰੀਏ। ਇੱਕੋ ਵਾਰ ਕਹਿਣ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
इस संसार अंदर, इस देश अंदर इत्थों ਦੇ ਲੋਕਾਂ ਦੀ ਮਨੌਤ ਹੈ ਕਿ ਮਾਘ ਦੇ ਮਹੀਨੇ ਦੇ ਅੰਦਰ ਤੀਰਥਾਂ 'ਤੇ ਇਸ਼ਨਾਨ ਕਰਨਾ ਬਹੁਤ ਹੀ ਮਹੱਤਵਪੂਰਨ ਹੈ। ਇਹ ਜਿਹੜਾ 12 ਬਾਣੀ ਸਤਿਗੁਰਾਂ ਨੇ ਉਚਾਰਨ ਕੀਤੀ ਹੈ, ਜਿਹੜਾ ਇਹਦਾ ਅੰਤਰੀਵ ਭਾਵ ਹੈ, ਉਹ ਸਮੁੱਚੀ ਕਾਇਨਾਤ ਦੇ ਵਾਸਤੇ ਹੈ। ਪਰ ਜਿਹੜੇ ਇਸ 12 ਬਾਣੀ ਦੇ ਅੰਦਰ, ਮਹੀਨਿਆਂ ਦੇ ਅੰਦਰ ਰੁੱਤਾਂ ਨੂੰ, ਮੌਸਮ ਨੂੰ ਸਤਿਗੁਰਾਂ ਨੇ ਬਿਆਨ ਕੀਤਾ, ਉਹ ਇਸ ਦੇਸ਼ ਦੀ, ਇਸ ਭਾਰਤ ਦੇਸ਼ ਦੇ ਜਿਹੜੇ ਮੌਸਮ ਨੇ, ਇਹਨਾਂ ਨੂੰ ਮੁੱਖ ਰੱਖ ਕੇ ਸਤਿਗੁਰਾਂ ਨੇ ਬਾਣੀ ਉਚਾਰਨ ਕੀਤੀ ਹੈ। ਉਸੇ ਤਰ੍ਹਾਂ ਸਤਿਗੁਰੂ ਜੀ ਕਹਿਣ ਲੱਗੇ, ਇਸ ਦੇਸ਼ ਦੀ ਇਹ ਮਨੌਤ ਹੈ, ਇਹ ਭਾਵਨਾ ਬਣੀ ਲੋਕਾਂ ਦੇ ਅੰਦਰ ਕਿ ਜਦੋਂ ਮਾਘ ਦਾ ਮਹੀਨਾ ਆਵੇ, ਉਸ ਦਿਨ ਜਿਹੜਾ ਪ੍ਰਯਾਗ ਤੀਰਥ ਅਸਥਾਨ ਹੈ, ਉਸ ਜਗ੍ਹਾ ਇਸ਼ਨਾਨ ਕਰਨਾ ਬਹੁਤ ਜ਼ਰੂਰੀ ਹੈ। ਕਿਉਂ? ਕਹਿਣ ਲੱਗੇ ਉੱਥੇ ਜਿਹੜੇ ਤਿੰਨੇ ਨਦੀਆਂ ਨੇ ਉਹ ਇਕੱਤਰ ਹੋ ਜਾਂਦੀਆਂ ਨੇ। ਗੰਗਾ ਔਰ ਜਮਨਾ ਨਦੀ ਹੈ, ਉਹਨਾਂ ਦਾ ਸੰਗਮ ਹੈ ਉਸ ਸਥਾਨ ਦੇ ਉੱਪਰ। ਆਖਦੇ ਨੇ ਕਿ ਜਿਹੜੇ ਸਰਸਵਤੀ ਨਦੀ ਹੈ, ਉਹ ਗੁਪਤ ਰੂਪ ਵਿੱਚ ਉੱਥੇ ਵਗ ਰਹੀ ਹੈ। ਸਤਿਗੁਰੂ ਜੀ ਕਹਿਣ ਲੱਗੇ ਇਸ਼ਨਾਨ ਕਰਨਾ, ਇਸ਼ਨਾਨ ਜ਼ਰੂਰੀ ਹੈ, ਪਰ ਤੀਰਥਾਂ ਦਾ ਜਿਹੜਾ ਇਸ਼ਨਾਨ ਹੈ ਉਹਨਾਂ ਨੂੰ ਮੁਬਾਰਕ ਹੈ, ਉਹ ਜਾਣ। ਪਰ ਗੁਰੂ ਘਰ ਦੇ ਵਿੱਚ, ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠੇ ਆ, ਸਤਿਗੁਰੂ ਜੀ ਕਿਸ ਇਸ਼ਨਾਨ ਦੇ ਬਾਰੇ ਆਖਦੇ ਨੇ? ਉਸ ਇਸ਼ਨਾਨ ਦੇ ਬਾਰੇ ਮਹਾਰਾਜ ਆਖਣ ਲੱਗੇ, ਮਾਘ ਮੱਜਨ ਸੰਗ ਸਾਧੂਆਂ। ਮੱਜਨ ਦਾ ਭਾਵ ਇਸ਼ਨਾਨ ਹੈ, ਸੰਗ ਸਾਧੂਆਂ, ਜਿਹੜੇ ਸਾਧ ਜਨ ਉਸ ਪਰਮਾਤਮਾ ਦੇ ਨਾਲ ਜੁੜੇ ਹੋਏ ਨੇ, ਇਕਾਗਰ ਨੇ, ਇੱਕਮਿਕ ਨੇ ਉਸ ਪਰਮੇਸ਼ਰ ਦੇ ਨਾਲ। ਸਤਿਗੁਰੂ ਜੀ ਕਹਿਣ ਲੱਗੇ ਤੀਰਥਾਂ 'ਤੇ ਇਸ਼ਨਾਨ ਤਾਂ ਬੜਾ ਕਰਨ ਗਿਆ, ਜਿਹੜੇ ਪਹਿਲਾਂ ਜਾਂਦੇ ਰਹੇ ਨੇ। ਸਤਿਗੁਰੂ ਜੀ ਕਹਿਣ ਲੱਗੇ ਪਾਪ ਕਰੇ ਪੰਚਾਂ ਕੇ ਬਸ ਰੇ, ਤੀਰਥ ਨਹਾਏ ਕਹੈ ਸਭ ਉਤਰੇ। ਪਾਪ ਕਰੇ ਪੰਚਾਂ ਕੇ ਬਸ ਰੇ, ਪੰਜਾਂ ਦੇ ਵਸ, ਪੰਜਾਂ ਵਿਕਾਰਾਂ ਦੇ ਅਧੀਨ ਤੂੰ ਆਪਣਾ ਜਿਹੜਾ ਜੀਵਨ ਬਤੀਤ ਕੀਤਾ, ਸਾਰਾ ਸਾਲ, ਸਾਰੀ ਉਮਰ ਤੂੰ ਵਿਕਾਰ ਭੋਗੇ ਪੰਜਾਂ ਦੇ ਅਧੀਨ ਰਹਿ ਕੇ। ਜਦੋਂ ਤੂੰ ਤੀਰਥਾਂ 'ਤੇ ਨਹਾਉਣ ਗਿਆ, ਤੀਰਥ 'ਤੇ ਇਸ਼ਨਾਨ ਕੀਤਾ, ਇਹ ਵੀ ਆਪ ਹੀ ਕਲਪਨਾ ਕਰ ਲਈ ਕਿ ਇਸ਼ਨਾਨ ਕਰ ਲਿਆ, ਹੁਣ ਜਿਹੜੀ ਅੰਦਰ ਦੀ ਮੈਲ ਹੈ ਉਹ ਸਾਰੀ ਧੋਤੀ ਗਈ ਹੈ, ਹੁਣ ਮੈਂ ਪਵਿੱਤਰ ਹੋ ਗਿਆ। ਸਤਿਗੁਰੂ ਜੀ ਕਹਿਣ ਲੱਗੇ ਇਸ਼ਨਾਨ ਕਰਕੇ ਜਦੋਂ ਤੂੰ ਬਾਹਰ ਆਇਆ, ਫਿਰ ਕੀਤਾ ਕਿ ਬਹੁਰ ਕਮਾਵੈ ਹੋਏ ਨਿਸੰਕ। ਕਹਿਣ ਲੱਗਾ ਇਸ਼ਨਾਨ ਮੈਂ ਕਰ ਆਇਆ, ਮੇਰੇ ਸਾਰੇ ਪਾਪ ਜਿਹੜੇ ਉਹ ਲੈ ਗਏ ਨੇ, ਹੁਣ ਆ ਕੇ ਜਿਹੜੇ ਪਾਪ ਹੋਰ ਕਮਾਉਣ ਲੱਗ ਪਿਆ। ਜਮਪੁਰ ਬਾਂਧ ਖਰੇ ਕਾ ਲੰਕ, ਇਸ ਤਰ੍ਹਾਂ ਕਰਦਿਆਂ ਜਮਾਂ ਦੇ ਵਸ ਪੈ ਗਿਆ। ਸਤਿਗੁਰੂ ਜੀ ਕਹਿੰਦੇ ਇਸ਼ਨਾਨ ਕਰਨਾ ਹੈ। ਜਿੱਥੇ ਇਸ਼ਨਾਨ ਦੀ ਗੱਲ ਹੈ, ਉੱਥੇ ਥੋੜ੍ਹੀ ਝਾਤ ਅੱਜ ਦੇ ਇਤਿਹਾਸ ਦੇ ਨਾਲ ਵੀ ਆਪਾਂ ਪਾ ਲਈਏ। ਮਾਘੀ ਦਾ ਮਹੀਨਾ, ਮਾਘੀ ਦਾ ਜੋ ਮਹੀਨਾ ਆਰੰਭ ਹੋਇਆ, ਸ਼੍ਰੀ ਮੁਕਤਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ ਜਿਹੜੀਆਂ ਸਿੱਖ ਸੰਗਤਾਂ ਉਹ ਇਕੱਤਰ ਹੁੰਦੀਆਂ ਨੇ, ਗੁਰੂ ਘਰ ਨਮਸਤਕ ਹੁੰਦੀਆਂ ਨੇ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਰਿਵਾਰ ਵਿਛੋੜਾ ਹੋਇਆ, ਆਨੰਦਾਂ ਦੀ ਪੂਰੀ ਛੱਡੀ ਹੈ। ਸਾਹਿਬਜ਼ਾਦੇ ਜਿਹੜੇ ਧੰਨ ਮਾਤਾ ਗੁਜਰ ਕੌਰ ਜੀ ਸਾਰੇ ਸ਼ਹੀਦੀ ਪਾ ਗਏ। ਸਤਿਗੁਰੂ ਜੀ ਆਪ ਮਲੇਰਕੋਟਲੇ ਗਏ ਨੇ, ਜਿੱਥੋਂ ਗਨੀ ਖਾਨ ਜੀ ਔਰ ਨਬੀ ਖਾਨ ਜੀ, ਇਹ ਦੋਵੇਂ ਸਤਿਗੁਰਾਂ ਨੂੰ ਉੱਚ ਦਾ ਪੀਰ ਬਣਾ ਕਰਕੇ ਉੱਥੋਂ ਅੱਗੇ ਲੈ ਕਰਕੇ ਗਏ। ਸਤਿਗੁਰੂ ਜੀ ਅੱਗੇ ਆਏ ਨੇ ਦੀਨਾ ਕਾਂਗੜ ਦੇ ਅਸਥਾਨ ਦੇ ਉੱਪਰ, ਜਿੱਥੋਂ ਸਤਿਗੁਰਾਂ ਨੇ ਫਤਿਹ ਦੀ ਚਿੱਠੀ ਲਿਖੀ ਹੈ, ਜ਼ਫਰਨਾਮਾ ਔਰੰਗਜ਼ੇਬ ਨੂੰ।
ਉਹ ਚਿੱਠੀ, ਉਹ ਜ਼ਫਰਨਾਮਾ ਪੜ੍ਹ ਕੇ ਔਰੰਗਜ਼ੇਬ ਜਿਹੜਾ ਇੰਨਾ ਨਿਰਦਈ ਬਾਦਸ਼ਾਹ, ਸਤਿਗੁਰੂ ਜੀ ਨੇ ਜ਼ਫਰਨਾਮੇ ਦੇ ਰਾਹੀਂ ਉਹਨੂੰ ਝੰਜੋੜਿਆ, ਉਹਨੂੰ ਹਕੀਕਤ ਦੱਸੀ ਹੈ ਕਿ ਤੇਰਾ ਜੀਵਨ ਹੈ ਕਿਹੋ ਜਿਹਾ, ਤੂੰ ਕਰਮ ਕੀ ਕੀਤੇ ਨੇ, ਤੇਰਾ ਈਮਾਨ ਹਜ਼ਰਤ ਮੁਹੰਮਦ ਸਾਹਿਬ ਦੇ ਉੱਪਰ ਪੱਕਾ ਨਹੀਂ, ਤੂੰ ਵਿਖਾਵਾ ਕਰਦਾ ਕਿ ਮੈਂ ਧਰਮੀ ਬਹੁਤ ਹਾਂ। ਆਖਦੇ ਕਿ ਉਹ ਚਿੱਠੀ ਪੜ੍ਹ ਕੇ, ਜ਼ਫਰਨਾਮਾ ਪੜ੍ਹਨ ਤੋਂ ਬਾਅਦ ਔਰੰਗਜ਼ੇਬ ਜਿਹੜਾ ਉਹਦੀ ਮੌਤ ਹੋਈ ਹੈ। ਇਹ ਕਲਮ ਦੀ ਤਾਕਤ ਹੈ। ਸਤਿਗੁਰੂ ਜੀ ਜਿੰਨਾ ਕਾਂਗੜ ਤੋਂ ਅੱਗੇ ਰਾਏਕੋਟ ਗਏ ਨੇ, ਸੂਬਾ ਸਰਹੰਦ ਵਜ਼ੀਰ ਖਾਨ ਇਹ ਵੀ ਚਾਹੁੰਦਾ ਕਿ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਜੇ ਫੜੇ ਨਹੀਂ ਗਏ, ਉਹਨਾਂ ਨੂੰ ਪਕੜਨਾ। ਇਹਨੇ ਆਪਣੇ ਸੋਹੀਏ, ਆਪਣੀ ਫੌਜ ਇਹਨੇ ਮਗਰ ਭੇਜੀ ਹੋਈ ਹੈ। ਰਾਏਕੋਟ ਦਾ ਜਿਹੜਾ ਨਵਾਬ ਹੈ, ਚੌਧਰੀ ਹੈ, ਸਤਿਗੁਰਾਂ ਨੇ ਉਹਦੇ ਕੋਲੋਂ ਉਹਦੀ ਗੜੀ ਮੰਗੀ, ਹਵੇਲੀ ਮੰਗੀ ਸੀ, ਉਹਨੇ ਮਨਾ ਕਰ ਦਿੱਤਾ। ਉਹਨੂੰ ਡਰ ਬਹਿ ਗਿਆ ਕਿ ਜੇ ਮੈਂ ਸਤਿਗੁਰਾਂ ਨੂੰ ਆਸਰਾ ਦੇ ਦਿੱਤਾ ਤਾਂ ਜਿਹੜੀ ਮੁਗਲੀਆ ਸਲਤਨਤ, ਇਹ ਫੌਜ ਹੈ, ਮੇਰੇ ਉੱਪਰ ਹਮਲਾ ਨਾ ਕਰ ਦੇਵੇ। ਕਹਿਣ ਲੱਗੇ, ਮਹਾਰਾਜ ਤੁਸੀਂ ਇੱਥੋਂ ਅੱਗੇ ਚਲੇ ਜਾਓ, ਜੰਗਲ ਹੈ, ਜੰਗਲ ਦੇ ਵਿੱਚ ਜਾ ਕੇ ਲੜਾਈ ਕਰੋ। ਸਤਿਗੁਰੂ ਜੀ ਕਹਿਣ ਲੱਗੇ, ਨਾਲ ਕੋਈ ਸਾਨੂੰ ਦੱਸ ਭੇਜ ਜਿਹੜਾ ਸਾਨੂੰ ਰਾਹ ਦਸੇਰਾ ਕਰੇ। ਇਹਨੇ ਆਪਣੇ ਭਤੀਜੇ ਨੂੰ ਭੇਜਿਆ ਨਾਲ। ਸਤਿਗੁਰੂ ਜੀ ਅੱਗੇ ਖਦਾਣੇ ਦੀ ਢਾਬ ਚਲੇ ਗਏ, ਜਿੱਥੇ ਇੱਕ ਉੱਚੀ ਟਿੱਬੀ ਹੈ, ਜਿਹਦੇ ਟਿੱਬੀ ਸਾਹਿਬ ਗੁਰਦੁਆਰਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਜੋ ਸੁਸ਼ੋਭਿਤ ਹੈ। ਖਿਦਰਾਣੇ ਦੀ ਢਾਬ, ਜਿੱਥੇ ਨਾਲ ਪਾਣੀ ਦਾ ਢਾਬ ਦੇ ਵਿੱਚ ਪਾਣੀ ਖੜਾ ਹੋਇਆ, ਉਸ ਜਗ੍ਹਾ ਸਤਿਗੁਰਾਂ ਨੇ ਥਾਂ ਟਿਕਾਣਾ ਵਧੀਆ ਵੇਖ ਕੇ ਕਿ ਥਾਂ ਵੀ ਉੱਚਾ ਹੈ, ਪਾਣੀ ਦਾ ਸੋਮਾ ਖੋਲ ਹੈ, ਉਸ ਜਗ੍ਹਾ ਸਤਿਗੁਰਾਂ ਨੇ ਆਪਣਾ ਕੈਂਪ ਜਿਹੜਾ ਲਗਾ ਲਿਆ। ਇਹ ਜਗ੍ਹਾ ਲੜਾਈ ਦੇ ਵਾਸਤੇ ਠੀਕ ਹੈ, ਯੁੱਧ ਦੇ ਵਾਸਤੇ। ਮਝੈਲ ਦੇ ਸਿੰਘ ਵੀ ਨਾਲ ਸਤਿਗੁਰਾਂ ਦੇ ਕੋਲ ਆਏ ਨੇ। ਉਹਨਾਂ ਦੇ ਵਿੱਚੋਂ ਕੁਝ ਗੁਰੂ ਦੇ ਪਿਆਰੇ ਨੇ, ਗੁਰੂ ਘਰ ਦੇ ਸ਼ਰਧਾਲੂ ਭਾਈ ਮਹਾਂ ਸਿੰਘ ਜੀ, ਬੀਬੀ ਭਾਗ ਕੌਰ ਜੀ ਆਏ ਨੇ। ਉਹਨਾਂ ਦੇ ਵਿੱਚੋਂ ਨਾਲ ਕੁਝ ਬਰਾੜ ਵੀ ਆਏ ਨੇ, ਜਿਹੜੇ ਗੁਰੂ ਨੂੰ ਸਲਾਹਾਂ ਦੇਣ ਲੱਗ ਪਏ। ਆ ਕੇ ਕਹਿਣ ਲੱਗੇ, ਸਾਡੀ ਸਤਿਗੁਰੂ ਜੀ ਲਾਹੌਰ ਦਰਬਾਰ ਦੇ ਨਾਲ ਬਣੀ ਬਹੁਤ ਹੈ, ਤੁਸੀਂ ਇਸ ਰਸਤੇ ਨੂੰ ਛੱਡ ਦਿਓ, ਸ਼ਾਂਤੀ ਦੇ ਨਾਲ ਗੁਰੂ ਬਣੇ ਰਹੋ, ਅਸੀਂ ਤੁਹਾਡੇ ਸਿੱਖ ਬਣੇ ਰਵਾਂਗੇ। ਔਰ ਲਾਹੌਰ ਦਰਬਾਰ ਦੇ ਨਾਲ ਗੱਲ ਕਰਕੇ ਤੁਹਾਡੀ ਜਿਹੜੀ ਸੁਲ੍ਹਾ ਹੈ ਮੁਗਲਾਂ ਦੇ ਨਾਲ ਕਰਵਾ ਦਿੰਦੇ ਹਾਂ। ਸਤਿਗੁਰੂ ਜੀ ਗੱਲ ਸੁਣੀ ਚੁੱਪ ਕਰਕੇ। ਇਹਨਾਂ ਦੀ ਧਿਆਨ ਦੇ ਨਾਲ ਮਾਲਕ ਜੀ ਸਾਹਿਬ ਬੋਲੇ ਕਿ ਹੋਰ ਕੁਝ? ਕਹਿਣ ਲੱਗੇ, ਨਹੀਂ ਹੋਰ ਕੁਝ ਨਹੀਂ। ਸਤਿਗੁਰੂ ਜੀ ਇਹਨਾਂ ਦੀ ਗੱਲ ਸੁਣ ਕੇ ਫਿਰ ਮੁਸਕਰਾ ਪਏ। ਕਹਿਣ ਲੱਗੇ, ਤੁਸੀਂ ਸਿੱਖ ਬਣ ਕੇ ਨਹੀਂ ਆਏ, ਤੁਸੀਂ ਸਲਾਹਕਾਰ ਬਣ ਕੇ ਆਏ ਹੋ, ਤੁਸੀਂ ਹੁਕਮ ਕਰਦੇ ਪਏ ਹੋ। ਸਿੱਖ ਜਿਹੜਾ ਮੁਰੀਦ ਬਣ ਕੇ ਆਉਂਦਾ, ਸ਼ਰਧਾਲੂ ਬਣ ਕੇ ਨੀਵਾਂ ਹੋ ਕੇ ਆਉਂਦਾ, ਸਿੱਖ ਗੁਰੂ ਦੀ ਮੱਤ ਅਨੁਸਾਰ ਚੱਲਦਾ, ਤੁਸੀਂ ਗੁਰੂ ਨੂੰ ਮੱਤ ਦੇ ਰਹੇ ਹੋ। ਇੰਜ ਨਹੀਂ, ਇੰਜ ਹੋਣਾ ਚਾਹੀਦਾ। ਨਹੀਂ, ਸਤਿਗੁਰੂ ਜੀ ਕਹਿਣ ਲੱਗੇ, ਇਹ ਬਾਅਦ 'ਚ ਵਾਪਸ ਆ ਗਏ ਅਤੇ ਉਸ ਜਗ੍ਹਾ ਸਤਿਗੁਰਾਂ ਨੇ ਆਪਣਾ ਟਿਕਾਣਾ ਕੀਤਾ। ਸੰਖੇਪ ਦੇ ਵਿੱਚ ਆਪਾਂ ਸਾਂਝ ਭਰੇ ਹਾਂ, ਇਤਿਹਾਸ ਦੇ ਨਾਲ ਸੰਖੇਪ ਇਹ ਸਾਂਝ ਪਾਈ ਹੈ। ਮੁਗਲਾਂ ਦੀ ਜਿਹੜੀ ਫੌਜ ਹੈ ਉਹ ਵੀ ਆ ਗਈ ਹੈ। ਉੱਥੇ ਜਿਹੜਾ ਸਿੰਘਾਂ ਦੇ ਨਾਲ, ਜਿਹਨੂੰ ਆਪਾਂ 40 ਮੁਕਤੇ ਆਖਦੇ ਹਾਂ, 40 ਮੁਕਤੇ ਸ਼ਬਦ ਆਖਦੇ। 5 ਪਿਆਰਿਆਂ ਤੋਂ ਬਾਅਦ ਜਦੋਂ ਦੂਜੀ ਵਾਰ ਅੰਮ੍ਰਿਤ ਛਕਾਇਆ ਗਿਆ ਜਿਹੜੇ ਜਥੇ ਨੂੰ, ਉਹਨਾਂ ਨੂੰ ਮੁਕਤੇ ਆਖਿਆ ਗਿਆ। ਜਿਹੜੇ ਸਿੰਘ ਚਮਕੌਰ ਦੀ ਜੰਗ ਵਿੱਚ ਸ਼ਹਾਦਤ ਪ੍ਰਾਪਤ ਕਰਕੇ ਗਏ ਉਹ ਵੀ ਮੁਕਤੇ ਨੇ। ਇਹ ਵੀ ਸਿੰਘ, ਇਹ 40 ਨਹੀਂ, ਗਿਣਤੀ ਇਹਨਾਂ ਦੀ ਬਹੁਤ ਜ਼ਿਆਦਾ ਸੀ। ਉਹੀ ਜਿਹੜੇ ਇਹਨਾਂ ਦੇ ਵਿੱਚੋਂ ਕੱਚੇ ਪਿੱਲੇ ਸੀ, ਜਿਹੜੇ ਸਲਾਹਾਂ ਦੇਣ ਆਏ, ਉਹ ਦੌੜ ਗਏ। ਸਤਿਗੁਰਾਂ ਨੇ ਭਾਈ ਮਾਨ ਸਿੰਘ ਜੀ ਹੋਰਾਂ ਨੇ, ਭਾਈ ਮਹਾਂ ਸਿੰਘ ਜੀ, ਇਹਨਾਂ ਲਕੀਰ ਖਿੱਚ ਦਿੱਤੀ ਸੀ ਕਿ ਜਿਹੜੇ ਗੁਰੂ ਸਾਹਿਬ ਦੇ ਉੱਪਰ, ਗੁਰੂ ਸਾਹਿਬ ਦੇ ਅਨੁਸਾਰ ਆਪਣਾ ਜੀਵਨ ਜਿਉਣਾ, ਜਿਨ੍ਹਾਂ ਨੇ ਇੱਥੇ ਆਪਣਾ ਜੀਵਨ ਧਰਮ ਦੇ ਲੇਖੇ ਲਾਉਣਾ, ਜੰਮਣ ਮਰਨ ਦਾ
ਜਿਨ੍ਹਾਂ ਨੂੰ ਮਰਨ ਦਾ ਭੈ ਨਹੀਂ, ਉਹੀ ਸਤਿਗੁਰਾਂ ਦੇ ਪਾਸੇ ਆ ਜਾਵੇ, ਬਾਕੀ ਚਲੇ ਜਾਣ। ਉਹਨਾਂ ਦੇ ਵਿੱਚੋਂ ਇਹ ਕੁਝ ਸਿੰਘ ਨਿੱਤਰ ਕੇ ਆਏ ਜਿਹੜੇ ਗੁਰੂ ਪ੍ਰਤੀ ਅਥਾਹ ਪਿਆਰ ਸ਼ਰਧਾ ਭਾਵਨਾ ਰੱਖਦੇ ਨੇ। ਸੂਬਾ ਵਜ਼ੀਰ ਜਿਹੜਾ ਵਜ਼ੀਰ ਖਾਨ ਸੂਬਾ ਸਰਹੰਦ, ਇਹ ਵੀ ਆ ਗਿਆ ਆਪਣੀ ਫੌਜ ਲੈ ਕੇ। ਨਾਲ ਹੋਰ ਇਲਾਕੇ ਦੇ ਜਿਹੜੇ ਚੌਧਰੀ ਨੇ, ਰੰਗੜ ਨੇ, ਇਹ ਵੀ ਆਏ। ਇਹ ਜਿਹੜੇ ਸਿੰਘ ਨੇ ਬੀਬੀ ਭਾਗ ਕੌਰ ਇਸ ਜੰਗ ਦੇ ਵਿੱਚ ਬੜੀ ਬਹਾਦਰੀ ਦੇ ਨਾਲ ਲੜੇ। ਭਾਈ ਮਹਾਂ ਸਿੰਘ ਇਸ ਜੰਗ ਦੇ ਵਿੱਚ ਸ਼ਹਾਦਤ ਪ੍ਰਾਪਤ ਕਰਕੇ ਗਏ, ਔਰ ਨਾਲ ਦੇ ਸਿੰਘ ਜਿਹੜੇ ਸ਼ਹਾਦਤਾਂ ਪ੍ਰਾਪਤ ਕਰਕੇ, ਜਿਨ੍ਹਾਂ ਨੂੰ ਸਤਿਗੁਰਾਂ ਨੇ 40 ਮੋਤਿਆਂ ਦੀ ਉਪਾਧੀ ਵੀ ਦਿੱਤੀ ਕਿ ਇਹ ਮੁਕਤ ਨੇ। ਔਰ ਇਹਨਾਂ ਸਿੰਘਾਂ ਨੂੰ ਸਤਿਗੁਰਾਂ ਨੇ ਖਿਤਾਬ ਵੀ ਦਿੱਤਾ ਕਿ ਇਹ ਸਿੰਘ 5 ਹਜ਼ਾਰੀ ਹੈ, ਇਹ 10 ਹਜ਼ਾਰੀ ਹੈ, ਇਹ 20 ਹਜ਼ਾਰੀ ਹੈ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਤਿੰਨਾਂ ਦਾ ਆਪਣੇ ਸਿੱਖਾਂ ਦੇ ਨਾਲ ਬੜਾ ਪ੍ਰੇਮ ਹੈ। ਜਦੋਂ ਸਾਹਿਬਜ਼ਾਦੇ ਵੱਡੇ ਅੱਖਾਂ ਦੇ ਸਾਹਮਣੇ ਸ਼ਹਾਦਤ ਪ੍ਰਾਪਤ ਕਰਕੇ ਚਲੇ ਗਏ, ਸਤਿਗੁਰਾਂ ਨੇ ਆਪਣੇ ਕਮਰ ਕੱਸੇ ਦੇ ਵਿੱਚੋਂ ਆਪਣੇ ਸਿੱਖਾਂ ਨੂੰ ਇਹ ਤੱਕ ਨਹੀਂ ਕਿਹਾ ਕਿ ਮੇਰੇ ਬੱਚਿਆਂ ਦੇ ਚਿਹਰਿਆਂ ਉੱਪਰ ਢੱਕ ਦਿਓ, ਕੱਪੜਾ ਪਾ ਦਿਓ, ਨਹੀਂ। ਸਤਿਗੁਰੂ ਕਹਿਣ ਲੱਗੇ ਮੇਰੇ ਪੁੱਤਰਾਂ ਦੇ ਵਿੱਚ ਔਰ ਸਿੱਖਾਂ ਦੇ ਵਿੱਚ ਕੋਈ ਫਰਕ ਨਹੀਂ। ਔਰ ਭਾਈ ਮਹਾਂ ਸਿੰਘ ਜੀ ਦੇ ਨਾਲ ਸਤਿਗੁਰਾਂ ਦਾ ਇੰਨਾ ਪਿਆਰ ਹੈ। ਭਾਈ ਮਹਾਂ ਸਿੰਘ ਜੀ ਆਪਣੇ ਆਖਰੀ ਸਾਹਾਂ 'ਤੇ ਨੇ। ਸਤਿਗੁਰਾਂ ਜੀ ਨੇ ਆਪਣੀ ਗੋਦ ਵਿੱਚ ਉਹਦਾ ਸਿਰ ਲਿਆ, ਭਾਈ ਮਹਾਂ ਸਿੰਘ ਜੀ ਦਾ। ਆਪਣੇ ਕਮਰ ਕੱਸੇ ਨੂੰ ਖੋਲ੍ਹ ਕੇ ਕਮਰ ਕੱਸੇ ਦੇ ਵਿੱਚੋਂ ਪਰਨੇ ਦੇ ਨਾਲ, ਹਜ਼ੂਰੀ ਦੇ ਨਾਲ ਸਤਿਗੁਰਾਂ ਜੀ ਨੇ ਭਾਈ ਮਹਾਂ ਸਿੰਘ ਦਾ ਜਿਹੜਾ ਚਿਹਰਾ ਹੈ ਉਹਨੂੰ ਸਾਫ਼ ਕੀਤਾ। ਉਹਨੂੰ ਗੋਦ ਵਿੱਚ ਲੈ ਕੇ ਸਤਿਗੁਰੂ ਲਾਡ ਲਡਾ ਰਹੇ ਨੇ। ਮਹਾਂ ਸਿੰਘ, ਤੈਨੂੰ ਕੀ ਚਾਹੀਦਾ? ਤੈਨੂੰ ਬੈਕੁੰਠਪੁਰੀ ਦੇ ਦਿੰਦੇ ਆ, ਮੁਕਤ ਕਰ ਦਿੰਦੇ ਆ। ਉਹ ਕਹਿਣ ਲੱਗਾ ਨਹੀਂ ਸਤਿਗੁਰੂ, ਮੈਂ ਤੁਹਾਡੇ ਨਾਲ ਚਮਕੌਰ ਨਹੀਂ ਆ ਸਕਿਆ, ਰਸਤੇ ਦੇ ਵਿੱਚ ਤੁਹਾਡਾ ਸੰਗ, ਤੁਹਾਡਾ ਸਾਥ ਨਹੀਂ ਮਾਣ ਸਕਿਆ, ਕਿਰਪਾ ਕਰੋ। ਅੱਜ ਆਖਰੀ ਸਾਹਾਂ 'ਤੇ ਆ, ਜਦੋਂ ਸਵਾਸ ਨਿਕਲ ਵੀ ਜਾਣ, ਮੈਨੂੰ ਤੇਰੀ ਹਜ਼ੂਰੀ ਮਿਲੇ, ਤੇਰੇ ਚਰਨ ਮਿਲਣ। ਤੇਰੇ ਚਰਨਾਂ ਤੋਂ ਬਿਨਾਂ ਮੇਰਾ ਕੋਈ ਹੋਰ ਟਿਕਾਣਾ ਨਹੀਂ ਹੋਣਾ ਚਾਹੀਦਾ। ਅਜਿਹੀ ਬਖਸ਼ਿਸ਼ ਸਤਿਗੁਰੂ ਜੀ ਆਪਣੇ ਸਿੰਘਾਂ ਦੇ ਉੱਪਰ ਕਰਦੇ ਨੇ। ਉਹ ਸਿੱਖ ਜਿਨ੍ਹਾਂ ਨੇ ਆਪਣਾ ਸਭ ਕੁਝ ਆਪਣਾ ਆਪਾ ਗੁਰੂ ਨੂੰ ਨਿਸ਼ਾਵਰ ਕਰ ਦਿੱਤਾ ਹੈ, ਉਹ ਸਿੰਘ ਅੱਜ ਦੇ ਦਿਨ ਸ਼ਹਾਦਤ ਪ੍ਰਾਪਤ ਕਰਕੇ ਗਏ, ਜਿਨ੍ਹਾਂ ਦੇ ਸ਼੍ਰੀ ਮੁਕਤਸਰ ਸਾਹਿਬ ਵਿਖੇ ਤਿੰਨਾਂ ਦੇ ਅੱਜ ਸਮਾਗਮ ਵੀ ਰਚੇ ਗਏ ਨੇ, ਤਿੰਨਾਂ ਸਿੰਘਾਂ ਦੀ ਯਾਦ ਵਿੱਚ। ਸਤਿਗੁਰੂ ਜੀ ਕਹਿਣ ਲੱਗੇ ਮਾਘ ਮੱਝਨ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ। ਮਾਘ ਦਾ ਮਹੀਨਾ ਤਿੰਨਾਂ ਦੇ ਵਾਸਤੇ ਸੁਹਾਵਣਾ ਸੋਹਣਾ ਹੈ, ਜਿਹੜੇ ਸਾਧ ਜਨਾਂ ਦੀ ਧੂੜੀ ਦੇ ਵਿੱਚ, ਚਰਨ ਧੂੜ ਦੇ ਵਿੱਚ ਜਾ ਕੇ ਇਸ਼ਨਾਨ ਕਰਦੇ। ਕੁਝ ਲੋਕ ਤੀਰਥਾਂ 'ਤੇ ਤਾਂ ਨਹਾਉਂਦੇ ਨੇ ਕਿ ਸੁਚਮਤਾ ਆ ਜਾਵੇ। ਦੇਖੋ, ਸਫਾਈ ਦੇ ਵਾਸਤੇ, ਸਰੀਰ ਨੂੰ ਸਾਫ ਸੁਥਰਾ ਰੱਖਣ ਦੇ ਵਾਸਤੇ ਇਸ਼ਨਾਨ ਕਰਨਾ ਬਹੁਤ ਜ਼ਰੂਰੀ ਹੈ। ਪਰ ਜੇ ਇਹ ਮਨੌਤ, ਇਹ ਵਿਚਾਰ ਮਨ ਦੇ ਵਿੱਚ ਆਵੇ ਕਿ ਜੇ ਤੀਰਥਾਂ 'ਤੇ ਨਹਾਵਾਂਗੇ ਜਾ ਕੇ ਤਾਂ ਅਸੀਂ ਪਵਿੱਤਰ ਹੋ ਜਾਵਾਂਗੇ, ਸਤਿਗੁਰੂ ਜੀ ਕਹਿਣ ਲੱਗੇ ਨਹੀਂ, ਇਹ ਵਹਿਮ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਹੁਣ ਇੱਥੇ ਸਤਿਗੁਰਾਂ ਨੇ ਸ਼ਬਦ ਵਰਤਿਆ ਸੋਚੈ। ਇਹਦੇ ਸੋਚ ਦਾ ਭਾਵ ਸੋਚ ਦੇ ਨਾਲ, ਵਿਚਾਰ ਦੇ ਨਾਲ ਨਹੀਂ ਲੈਣਾ। ਸੋਚ ਦਾ ਭਾਵ ਹੈ ਸੁਚਮਤਾ ਦੇ ਨਾਲ। ਸੋਚੈ ਸੋਚ ਨਾ ਹੋਵਈ, ਇਹ ਹਿੰਦੀ ਦਾ ਸ਼ਬਦ ਹੈ, ਸੰਸਕ੍ਰਿਤ ਭਾਸ਼ਾ ਦਾ। ਜਿਵੇਂ ਦੇਵ ਆਲਿਆ, ਦੇਵਤਿਆਂ ਦਾ ਘਰ, ਵਿਦਿਆਲਿਆ, ਵਿਦਿਆ ਦਾ ਘਰ, ਜਿੱਥੇ ਪੜ੍ਹਾਈ, ਜਿੱਥੇ ਵਿਦਿਆ ਹੈ, ਜਿੱਥੇ ਸਿੱਖਣ ਦੇ ਵਾਸਤੇ ਸੋਝੀ ਮਿਲਣੀ ਹੈ, ਗਿਆਨ ਮਿਲਣਾ ਹੈ। ਉਸੇ ਤਰ੍ਹਾਂ ਸ਼ਬਦ ਹੈ ਸ਼ੌਚਾਲਿਆ, ਨਹਾਉਣ ਦਾ ਘਰ, ਇਸ਼ਨਾਨ ਪਾਣੀ ਵਾਲਾ ਕਮਰਾ। ਸਤਿਗੁਰੂ ਦੀ ਆਖਣ ਲੱਗਾ ਸੋਚਿਆ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਜੇ ਤੂੰ ਕਿੰਨੀ ਵਾਰੀ, ਲੱਖਾਂ ਵਾਰੀ ਇਸ਼ਨਾਨ ਕਰ ਲਵੇਂ ਔਰ ਆਖੀ ਕਿ ਮੈਂ ਪਵਿੱਤਰ ਹੋ ਜਾਵਾਂ, ਨਹੀਂ, ਇਹ ਤੇਰੇ ਮਨ ਦਾ ਭੁਲੇਖਾ ਹੈ। ਇਸ ਤਰ੍ਹਾਂ ਪਵਿੱਤਰ ਨਹੀਂ ਹੋਇਆ ਜਾਣਾ, ਕਿਉਂ ਇਹ ਉਹ ਰੀਤ ਹੈ
ਜਿਸ ਦੇ ਨਾਲ ਸਤਿਗੁਰਾਂ ਦੇ ਦੱਸੇ ਹੋਏ ਮਾਰਗ ਤੋਂ ਆਪਾਂ ਟੁੱਟਦੇ ਹਾਂ, ਭਟਕ ਜਾਂਦੇ ਹਾਂ। ਜਿਹੜਾ ਅਸਲ ਰਸਤਾ ਹੈ ਉਸ ਰਸਤੇ ਦੇ ਉੱਪਰ ਆਪਾਂ ਨਹੀਂ ਤੁਰ ਪਾਉਂਦੇ। ਸਤਿਗੁਰੂ ਜੀ ਕਹਿਣ ਲੱਗੇ, ਜਾਲੋਂ ਵੈਸੀ ਰੀਤ ਜਿਤ ਮੈਂ ਪਿਆਰਾ ਵਿਸਰੈ। ਅਜਿਹੀ ਰੀਤ ਨੂੰ ਮੈਂ ਸਾੜ ਦਿਆਂ ਜਿਹਦੇ ਨਾਲ ਕਰਮ ਕਾਂਡਾਂ ਦੇ ਵਿੱਚ ਪੈ ਕਰਕੇ ਮੈਂ ਆਪਣੇ ਪਿਆਰੇ ਨੂੰ ਭੁੱਲ ਜਾਵਾਂ, ਉਹਦੇ ਦੱਸੇ ਹੋਏ ਮਾਰਗ ਤੋਂ ਮੈਂ ਟੁੱਟ ਜਾਵਾਂ, ਉਹ ਤੋਂ ਭੁੱਲ ਜਾਵਾਂ। ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ, ਨਾਨਕ ਸਾਈ ਭਲੀ ਪ੍ਰੀਤ ਜਿਤ ਸੇਤੀ ਪਤ ਰਹੈ। ਜਿਸ ਨਾਲ ਮੇਰੀ ਪਤ, ਮੇਰੀ ਇੱਜ਼ਤ ਰਹਿ ਜਾਵੇ ਉਸ ਪਰਮਾਤਮਾ ਦੇ ਘਰ, ਮੈਂ ਉਹ ਕਰਮ ਕਰਨੇ ਨੇ ਜਿਨ੍ਹਾਂ ਕਰਮਾਂ ਦੇ ਨਾਲ ਮੈਂ ਪਰਮਾਤਮਾ ਤੋਂ ਟੁੱਟ ਜਾਵਾਂ। ਨਹੀਂ, ਸਤਿਗੁਰੂ ਜੀ ਕਹਿੰਦੇ ਜਿਹੜੇ ਸੰਤ ਜਨ ਨੇ, ਸਾਧ ਜਨ ਨੇ, ਤਿੰਨਾਂ ਦੀ ਚਰਨ ਧੂੜੀ, ਤਿੰਨਾਂ ਦੇ ਕੋਲ ਰਿਹਾ ਜਿਹੜੀ ਤੇ ਇਸ਼ਨਾਨ ਕਰੇਗਾ ਨਾ ਸੰਗਤ ਵਿੱਚ ਬੈਠ ਕਰਕੇ, ਤਾਂ ਤੇਰਾ ਮਾਘ ਦਾ ਮਹੀਨਾ ਸਫਲ ਹੈ। ਮਾਘ ਮੱਝਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਸਤਿਗੁਰੂ ਜੀ ਨੇ ਕਹਿਣ ਲੱਗੇ, ਜੇ ਸਾਧ ਜਨਾਂ ਦੀ ਸੰਗਤ ਕਰੇਗਾ ਤਾਂ ਮਿਲੇਗਾ ਕੀ? ਮਾਲਕ ਜੀ ਆਖਣ ਲੱਗੇ, ਪਿੰਗਲ ਪਰਬਤ ਪਾਰ ਪਰੇ ਖਲ ਚਤੁਰਬ ਕੀਤਾ। ਪਿੰਗਲ ਪਰਬਤ ਪਾਰ ਪਰੇ ਖਲ ਚਤੁਰਬ ਕੀਤਾ। ਜਿਹੜੇ ਪਿੰਗਲੇ ਨੇ ਉਹ ਪਹਾੜ ਚੜ੍ਹ ਜਾਂਦੇ ਨੇ ਜਦੋਂ ਇਹ ਸਾਧ ਜਨਾਂ ਦੀ ਸੰਗਤ ਕਰਦੇ ਨੇ। ਜਿਨ੍ਹਾਂ ਨੂੰ ਲੋਕ ਕਮਲੇ ਆਖਦੇ ਨੇ, ਉਹਨਾਂ ਦੇ ਵਰਗਾ ਸਿਆਣਾ ਹੀ ਕੋਈ ਨਹੀਂ ਹੁੰਦਾ, ਇੰਨੀ ਸ੍ਰੇਸ਼ਟ ਬੁੱਧੀ ਬਣ ਜਾਂਦੀ ਹੈ। ਅੰਧੁਲੇ ਤ੍ਰਿਭਵਨ ਸੂਝਿਆ ਗੁਰ ਭੇਟ ਪੁਨੀਤਾ। ਜਿਹਨੂੰ ਲੋਕ ਅੰਨਾ ਆਖਦੇ ਨੇ ਉਹਨੂੰ ਤਿੰਨਾਂ ਲੋਕਾਂ ਦੀ ਸੋਝੀ ਆ ਜਾਂਦੀ ਹੈ। ਅੱਗੇ ਸਤਿਗੁਰੂ ਜੀ ਆਖਣ ਲੱਗੇ, ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ। ਇਹ ਸਾਧ ਜਨਾਂ ਦੀ ਮਹਿਮਾ ਹੈ। ਹੇ ਸੰਤ ਜਨੋ, ਹੇ ਗੁਰਸਿੱਖੋ, ਧਿਆਨ ਦੇ ਨਾਲ ਸੁਣੋ। ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ। ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ। ਹਿਰਦੇ ਦੀ ਜਿਹੜੀ ਮੈਲ ਹੈ ਉਹ ਲੈ ਗਈ ਹੈ। ਕੋਟ ਅਗ ਹਰੇ, ਕਰੋੜਾਂ ਹੀ ਜਿਹੜੇ ਦੁੱਖ ਨੇ ਉਹ ਹਰ ਲਏ ਉਸ ਮਾਲਕ ਨੇ। ਸੰਗਤ ਵਿੱਚ ਬੈਠੇ ਜਿਹੜਾ ਫਲ ਮਿਲਦਾ ਹੈ ਸਾਧ ਜਨਾਂ ਦੀ ਸੇਵਾ ਕਰਨ ਦਾ। ਨਿਰਮਲ ਪਏ ਚੀਤਾ, ਜਿਹੜਾ ਤੇਰਾ ਚਿੱਤ ਹੈ ਉਹ ਮੈਲ ਤੋਂ ਰਹਿਤ ਹੋ ਗਿਆ, ਨਿਰਮਲ ਹੋ ਗਿਆ। ਇਸ ਕਰਕੇ ਸਤਿਗੁਰੂ ਜੀ ਆਖਦੇ, ਭਈ ਉਸ ਪਰਮਾਤਮਾ ਦੀ ਸੰਗਤ ਕਰ, ਉਹਨਾਂ ਸੇਵਕਾਂ ਦੀ ਸੰਗਤ ਕਰ। ਸਤਿਗੁਰੂ ਜੀ ਨੇ ਜਦੋਂ ਦਿਨ ਦੀ ਸ਼ੁਰੂਆਤ ਹੋਈ ਤੇ ਮਾਲਕ ਦੇ ਕੋਲੋਂ ਪਹਿਲੀ ਦਾਤ ਮੰਗੀ ਹੈ। ਉਹ ਕਿਹੜੀ? ਜੇ ਹਉ ਜਾਣਾ ਆਖਾਂ ਨਾਹੀ, ਕਹਿਣਾ ਕਥਨ ਨਾ ਜਾਈ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਹੇ ਸਤਿਗੁਰੂ, ਇੱਕ ਬੂਝ, ਇੱਕ ਸਮਝਦੇ ਚੰਗੀ ਤਰ੍ਹਾਂ ਜਿਹੜਾ ਦਾਤਾ ਸਾਰੇ ਸੰਸਾਰ ਨੂੰ ਰਿਜ਼ਕ ਦੇਣ ਵਾਲਾ ਹੈ, ਜਿਹੜਾ ਸਾਰੇ ਸੰਸਾਰ ਦੀ ਪਾਲਣਾ ਕਰਦਾ ਪਿਆ, ਉਹ ਮੇਰੇ ਚੇਤੇ ਦੇ ਵਿੱਚ, ਹਿਰਦੇ ਦੇ ਵਿੱਚ ਵਿਸਰ ਨਾ ਜਾਵੇ। ਇਹ ਦਿਨ ਦੀ ਸਤਿਗੁਰਾਂ ਨੇ ਪਹਿਲੀ ਦਾਤ ਮੰਗੀ ਜਦੋਂ ਦਿਨ ਦਾ ਚੜ੍ਹਾਅ ਸ਼ੁਰੂਆਤ ਹੋਈ ਹੈ। ਜਦੋਂ ਅਖੀਰ ਸ਼ਾਮਾਂ ਪਈਆਂ, ਸੌਣ ਦਾ ਵੇਲਾ ਆਇਆ, ਸਤਿਗੁਰੂ ਜੀ ਫਿਰ ਅਖੀਰਲੀ ਦਾਤ ਉਸ ਮਾਲਕ ਦੇ ਕੋਲ ਮੰਗਦੇ ਨੇ। ਕਹਿਣ ਲੱਗੇ, ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੌਕੋ ਕਰ ਸੰਤਨ ਕੀ ਧੂਏ। ਮੈਨੂੰ ਸੰਤ ਜਨਾਂ ਦੀ ਧੂੜ ਬਖਸ਼। ਸਤਿਗੁਰੂ ਜੀ ਆਖਦੇ ਨੇ, ਮਾਘ ਮੱਝਨ ਸੰਗ ਸਾਧੂਆਂ। ਮੱਝਨ ਦਾ ਭਾਵ ਇਸ਼ਨਾਨ। ਮਾਘ ਮੱਝਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਚਰਨ ਧੂੜ ਦੇ ਵਿੱਚ ਇਸ਼ਨਾਨ ਕਰ। ਜੇ ਚਰਨ ਧੂੜ ਦੇ ਵਿੱਚ ਇਸ਼ਨਾਨ ਕਰੇਗਾ, ਤੇਰੇ ਵਾਸਤੇ ਇਹੀ ਤੀਰਥ ਬਣ ਜਾਣਗੇ। ਆਪਸ ਕੋ ਜੋ ਜਾਣੈ ਨੀਚਾ, ਸੋ ਗਨੀਏ ਸਭ ਤੇ ਉੱਚਾ। ਜਿਹੜਾ ਸੰਗਤ ਵਿੱਚ ਬੈਠ ਕਰਕੇ ਆਪਣੇ ਆਪ ਨੂੰ ਨੀਵਾਂ ਗਣਾਉਂਦਾ ਹੈ,
ਨਿਮਰਤਾ ਦੇ ਵਿੱਚ ਰਹਿੰਦਾ ਹੈ, ਅਸਲ ਦੇ ਵਿੱਚ ਉਹੀ ਸਭ ਤੋਂ ਉੱਚਾ ਹੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅੰਮ੍ਰਿਤਸਰ ਦੀ ਧਰਤੀ 'ਤੇ ਮੌਜੂਦ ਨੇ। ਕਾਬਲ ਤੋਂ ਸੰਗਤ ਆਈ, ਬਜ਼ੁਰਗ ਆ ਰਹੇ ਨੇ, ਬੀਬੀਆਂ ਨੇ, ਬੱਚੇ ਨੇ, ਸੰਗਤ ਆ ਰਹੀ ਹੈ ਔਰ ਇਕੱਠੇ ਇੱਕ ਜਥਾ ਬਣਾ ਕੇ ਤੁਰੇ ਨੇ, ਨਾਲ ਗੁਰਬਾਣੀ ਦੇ ਸ਼ਬਦ ਪੜ੍ਹਦੇ ਤੁਰੇ ਆ ਰਹੇ ਨੇ। ਅੰਮ੍ਰਿਤਸਰ ਤੋਂ ਥੋੜ੍ਹਾ ਹਜੇ ਪਿੱਛੇ ਹਟਵੇਂ ਇਹ ਸੰਗਤ ਰਾਤ ਦਾ ਠਹਿਰਾਵ ਕਰਕੇ ਰੁਕ ਗਈ ਹੈ। ਇਹਨਾਂ ਦੇ ਕੋਲ ਨੌਜਵਾਨ ਗਿਆ, ਉਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ। ਬਜ਼ੁਰਗ ਬਾਬੇ ਨੇ ਤੇ ਇਹਨਾਂ ਨੂੰ ਪਤਾ ਨਾ ਲੱਗਾ, ਕਾਫੀ ਸਮੇਂ ਬਾਅਦ ਆਏ। ਸਤਿਗੁਰੂ ਹਜੇ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ। ਕਹਿਣ ਲੱਗੇ, ਬਾਬਾ ਜੀ ਕਿੱਧਰ ਜਾ ਰਹੇ ਹੋ? ਬਜ਼ੁਰਗਾਂ ਨੇ ਆਖਣ ਲੱਗਿਆ, ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਹੁਣ ਗੁਰਤਾ ਗੱਦੀ ਦੇ ਬਿਰਾਜਮਾਨ ਨੇ, ਤਿੰਨਾਂ ਦੇ ਦਰਸ਼ਨ ਦੀਦਾਰੇ ਕਰਨ ਦੇ ਵਾਸਤੇ ਜਾ ਰਹੇ ਆ। ਕਹਿਣ ਲੱਗੇ ਬਜ਼ੁਰਗੋ, ਬਾਬਾ ਜੀ ਕਾਬੁਲ ਤੋਂ ਤੁਰ ਕੇ ਆਏ ਹੋ? ਉਹ ਕਹਿਣ ਲੱਗੇ, ਇਹ ਕਿਰਪਾ ਹੈ ਉਸ ਮਾਲਕ ਦੀ, ਗੁਰੂ ਸਾਹਿਬ ਦੀ, ਜਿਹੜੇ ਸਾਨੂੰ ਇੱਥੋਂ ਤੱਕ ਲੈ ਆਏ। ਜੇ ਸਾਨੂੰ ਕਿਤੇ ਕਿਸੇ ਵੀ ਤਰ੍ਹਾਂ ਹੋਰ ਤਰੀਕੇ ਨਾਲ ਆਉਣਾ ਪੈਂਦਾ, ਜਿਸ ਅਸੀਂ ਚੱਲ ਕੇ ਨਾ ਆ ਸਕਦੇ, ਅਸੀਂ ਆਪਣੇ ਸਰੀਰ ਨੂੰ ਧੂੰਦੇ ਕਿਉਂ ਹੋਏ ਕਿਉਂ ਨਾ ਆਉਂਦੇ, ਪਰ ਅਸੀਂ ਦਰਸ਼ਨ ਦੀਦਾਰ ਕਰਨ ਦੇ ਵਾਸਤੇ ਜ਼ਰੂਰ ਆਉਣਾ। ਸਤਿਗੁਰੂ ਜੀ ਕਹਿਣ ਲੱਗੇ, ਬਾਬਾ ਜੀ ਥੱਕੇ ਹੋ, ਤੁਹਾਡੇ ਚਰਨਾਂ ਨੂੰ ਮੈਂ ਘੁੱਟਦੇ ਹਾਂ। ਜਿਹੜੇ ਬਜ਼ੁਰਗ ਬਾਬਾ ਸੀ ਉਹ ਉੱਠ ਕੇ ਬਹਿ ਗਏ। ਸਤਿਗੁਰੂ ਜੀ ਫਿਰ ਬੋਲੇ, ਬਾਬਾ ਜੀ ਇਹ ਸੇਵਾ ਮੈਨੂੰ ਦੇ ਦਿਓ, ਇਹ ਸੇਵਾ ਮੇਰੇ ਕੋਲ ਨਾ ਖੋਇਓ। ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਾਬੁਲ ਤੋਂ ਆਈ ਹੋਈ ਸੰਗਤ ਦੇ ਸਾਰੀ ਰਾਤ ਮੁੱਠਾ ਚਾਪੀ ਉਹਨਾਂ ਦੇ ਪੈਰ ਘੁੱਟਦੇ ਰਹੇ ਨੇ, ਪੱਖਾ ਕਰਦੇ ਨੇ ਸੰਗਤ ਨੂੰ। ਸਵੇਰ ਹੋਈ ਹੈ, ਸਾਰੀ ਸੰਗਤ ਇਸ਼ਨਾਨ ਪਾਣੀ ਕਰਕੇ ਬਾਣੀ ਪੜ੍ਹ ਕੇ ਗੁਰੂ ਦੇ ਦਰਸ਼ਨਾਂ ਵਾਸਤੇ ਚਲੀ ਗਈ ਹੈ। ਜਾ ਕੇ ਵੇਖਿਆ ਧੰਨ ਬਾਬਾ ਬੁੱਢਾ ਸਾਹਿਬ ਜੀ ਬੈਠੇ ਹੋਏ ਨੇ। ਜਿਸ ਘਰ ਦੇ ਵਿੱਚ, ਜਿਸ ਜਗ੍ਹਾ ਬਾਬਾ ਬੁੱਢਾ ਬੈਠਾ ਹੋਣ, ਸੰਗਤ ਨੂੰ ਨਿਸ਼ਚਾ ਹੋ ਜਾਂਦਾ ਸੀ ਕਿ ਜਿਹੜੀ ਗੁਰੂ ਜੋਤ ਹੈ ਉਹ ਇੱਥੇ ਸਬਾਏਮਾਨ ਹੈ। ਬਾਬਾ ਬੁੱਢਾ ਦੀ ਆਲ ਸਿੱਖ ਨੇ ਜਾ ਕੇ ਪੁੱਛਿਆ, ਗੁਰੂ ਸਾਹਿਬ ਜੀ ਕਿੱਥੇ ਨੇ? ਬਾਬਾ ਬੁੱਢਾ ਜੀ ਨੇ ਦੇਖਿਆ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਸੰਗਤ ਦੇ ਨਾਲ ਆਏ, ਸੰਗਤ ਦਰਸ਼ਨ ਦੀਦਾਰ ਕਰਨ ਦੇ ਵਾਸਤੇ ਜਾਣ ਲੱਗੀ। ਕਹਿਣ ਲੱਗੇ, ਜੋੜਿਆਂ ਦੀ ਸੇਵਾ ਕੌਣ ਕਰੇਗਾ? ਸਾਰੇ ਰੁਕ ਗਏ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿਣ ਲੱਗੇ, ਤੁਸੀਂ ਚਲੇ ਜਾਓ, ਇਹਨਾਂ ਜੋੜਿਆਂ ਦੀ ਸੇਵਾ ਮੈਂ ਕਰਦਾ, ਸੇਵਾ ਮੈਨੂੰ ਬਖਸ਼ ਦਿਓ। ਸੰਗਤ ਅੰਦਰ ਗਈ ਹੈ। ਬਾਬਾ ਬੁੱਢਾ ਜੀ ਨੇ ਗੁਰੂ ਸਾਹਿਬ ਜੀ ਵੱਲ ਵੇਖਿਆ ਔਰ ਨੇਤਰਾਂ ਦੇ ਵਿੱਚੋਂ ਹੰਝੂ ਵਹਿ ਤੁਰੇ। ਸੰਗਤ ਨੇ ਪੁੱਛਿਆ, ਬਾਬਾ ਜੀ ਗੁਰੂ ਸਾਹਿਬ ਜੀ ਕਿੱਥੇ ਨੇ? ਬਾਬਾ ਬੁੱਢਾ ਜੀ ਉੱਠ ਕੇ ਤੁਰ ਪਏ। ਕਹਿਣ ਲੱਗੇ, ਉਹ ਜਿਹੜਾ ਨੌਜਵਾਨ ਜਿਹੜਾ ਤੁਹਾਡੇ ਜੋੜੇ ਝਾੜਦਾ ਪਿਆ, ਉਹੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਹੈ। ਉਹ ਸਾਰੇ ਵਾਪਸ ਮੁੜੇ, ਗੁਰੂ ਸਾਹਿਬ ਦੇ ਚਰਨਾਂ 'ਤੇ ਢਹਿ ਪਏ। ਕਹਿਣ ਲੱਗੇ, ਸਤਿਗੁਰੂ ਭੁੱਲ ਹੋ ਗਈ। ਬਾਬਾ ਬੁੱਢਾ ਜੀ ਕਹਿਣ ਲੱਗੇ, ਸਤਿਗੁਰੂ ਤੁਸੀਂ ਦੀਨ ਦੁਨੀਆ ਦੇ ਮਾਲਕ ਹੋ, ਇਹ ਸੇਵਾ ਕਿਉਂ ਕਰਦੇ ਪਏ ਹੋ? ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ, ਬਾਬਾ ਬੁੱਢਾ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਜੋ ਦਰਸ਼ਨ ਦੀਦਾਰ ਤੁਸੀਂ ਕੀਤੇ ਨੇ, ਔਰ ਸੱਚ ਜਾਣਿਓ ਇਹ ਜਿਹੜੇ ਸੰਗਤ ਦੇ ਜੋੜੇ ਪਏ ਨੇ, ਇਹਨਾਂ ਜੋੜਿਆਂ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਜੋੜੇ ਪਏ ਦਿਖਦੇ ਨੇ। ਮੈਂ ਤਾਂ ਜੋੜੇ ਝਾੜਦਾ ਪਿਆ। ਭਾਵ ਮਾਗ ਭਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਇਹ ਗੱਲ ਗੁਰੂ ਅਰਜਨ ਦੇਵ ਜੀ ਕੇਵਲ ਕਹਿ ਨਹੀਂ ਰਹੇ, ਇਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਮਹਾਰਾਜ ਲਾਗੂ ਵੀ ਕਰਦੇ ਪਏ ਨੇ। ਕਿ ਜਿਹੜੀ ਇਸ਼ਨਾਨ ਮਾਘ ਦੇ ਮਹੀਨੇ ਦੇ ਵਿੱਚ ਇਸ਼ਨਾਨ ਕਰਨਾ, ਉਹ ਸੰਗਤ ਦੀ ਧੂੜੀ ਦੇ ਵਿੱਚ ਹੈ, ਚਰਨਾਂ ਦੇ ਵਿੱਚ ਹੈ, ਸੇਵਾ ਦੇ ਵਿੱਚ ਹੈ। ਜਿਹੜਾ ਅਸਲ ਦੇ ਵਿੱਚ ਸਿੱਖ ਨੇ ਇਸ਼ਨਾਨ ਕਰਨਾ ਇਸ ਮਹੀਨੇ ਦੇ ਅੰਦਰ। ਮਤਾਂ ਕਿਤੇ ਬਾਹਰੀ ਤੌਰ 'ਤੇ ਨਹਾਉਣ ਦੇ ਵਾਸਤੇ ਤੂੰ ਤੀਰਥਾਂ 'ਤੇ ਚੱਲ ਪਵੇਂ, ਤੀਰਥਾਂ 'ਤੇ ਇਸ਼ਨਾਨ ਕਰਨਾ, ਸਰੀਰਕ ਸਾਫ ਸੁਥਰਾ ਰੱਖਣ ਦੇ ਵਾਸਤੇ ਇਸ਼ਨਾਨ ਕਰਨਾ ਜ਼ਰੂਰੀ ਹੈ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਇਸ਼ਨਾਨ ਜ਼ਰੂਰੀ ਹੈ, ਪਰ ਇਹ ਨਹੀਂ ਸਮਝਣਾ ਕਿ ਇਸ਼ਨਾਨ ਦੇ ਨਾਲ ਕੇਵਲ ਮੇਰੇ ਪਾਪ ਧੋਤੇ ਜਾਣਗੇ। ਨਹੀਂ, ਪਵਿੱਤਰ ਤਾਂ ਹੈ ਜੇ ਗੁਰੂ ਦੀ ਸੰਗਤ ਵਿੱਚ ਬੈਠ ਕੇ ਸਾਧ ਜਨਾਂ ਦੀ ਸੰਗਤ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਕੇ ਜਾਵੇਗਾ, ਜਿਵੇਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਖਦੇ ਤੇ ਕਰਦੇ ਪਏ ਨੇ। ਸਤਿਗੁਰੂ ਜੀ ਕਹਿਣ ਲੱਗੇ, ਜਦੋਂ ਸੰਗਤ ਕਰੇਗਾ, ਧੂੜੀ ਦੇ ਵਿੱਚ ਇਸ਼ਨਾਨ ਕਰੇਗਾ, ਲਾਹਾ ਲਵੇਂਗਾ, ਹਰ ਕਾ ਨਾਮ ਧਿਆਏ ਸੁਣ, ਸਭਨਾਂ ਨੂੰ ਕਰ ਦਾਨ।
ਸੇਵਾ ਦੇ ਨਾਲ ਅੰਦਰ ਨਿਮਰਤਾ ਆਵੇਗੀ। ਕੋਈ ਬੰਦੇ ਬਚਨ ਬੋਲ ਵੀ ਬੋਲੇ, ਫਿਰ ਤੈਨੂੰ ਕ੍ਰੋਧ ਗੁੱਸਾ ਨਹੀਂ ਆਉਂਦਾ। ਕਹਿਣ ਲੱਗੇ ਹਰਿ ਕਾ ਨਾਮ ਧਿਆ, ਫਿਰ ਉਹਨੂੰ ਸੁਣ, ਪਰਮਾਤਮਾ ਦਾ ਨਾਮ ਜਪ, ਉਹਨੂੰ ਧਿਆ, ਉਹਦੀ ਸਿਫਤ ਸਲਾਹ ਜਿਹੜੀ ਹੈ ਉਹਨੂੰ ਸੁਣਨਾ ਵੀ ਹੈ। ਉਹ ਚੰਗੇ ਗੁਣ ਗ੍ਰਹਿਣ ਵੀ ਕਰਨੇ ਨੇ। ਸਭਨਾਂ ਨੂੰ ਕਰ ਦਾਨ, ਇਹ ਜਿਹੜਾ ਦਾਨ ਹੈ ਅੱਗੇ ਵੰਡਣਾ ਵੀ ਹੈ। ਮਤਲਬ ਕਿਤੇ ਆਪਣੇ ਕੋਲ ਨਾ ਰੱਖ ਲਵੀਂ ਕਿ ਮੈਨੂੰ ਹੁਣ ਸੋਝੀ ਆ ਗਈ ਹੈ, ਮੈਨੂੰ ਗਿਆਨ ਬਹੁਤ ਆ ਗਿਆ, ਕਿਸੇ ਨੂੰ ਦੇਣਾ ਹੀ ਨਹੀਂ। ਨਹੀਂ, ਪਰਮਾਤਮਾ ਦਾ ਜਿਹੜਾ ਨਾਮ ਜਦੋਂ ਪਤਾ ਲੱਗੇ ਭਾਂਡਾ ਭਰ ਗਿਆ, ਇਹ ਜਿਹੜਾ ਹੁਣ ਪਰਮਾਤਮਾ ਦੇ ਨਾਮ ਦੀ ਸਿਫਤ ਸਲਾਹ ਦਾ ਗੁਣ ਹੈ, ਦਾਨ ਹੈ, ਅੱਗੇ ਵੰਡਣਾ ਵੀ ਹੈ। ਇਹ ਜਿਹੜੀ ਦੇਵੀ ਦੀ ਲੋਅ ਹੈ, ਇਹ ਬਾਹਰ ਹਨੇਰੇ ਵਿੱਚ ਰੱਖ ਦੇਵੀਂ ਤਾਂ ਜੋ ਸਾਰੇ ਕਮਰੇ ਦੇ ਵਿੱਚ ਚਾਨਣ ਹੋ ਜਾਵੇ। ਸਭ ਨੂੰ ਇਹ ਚਾਨਣ, ਇਹ ਗਿਆਨ ਦੇਣਾ ਹੈ। ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ। ਕਹਿਣ ਲੱਗੇ ਜਦੋਂ ਇਸ ਤਰ੍ਹਾਂ ਕਰੇਗਾ, ਕਈ ਜਨਮਾਂ ਦੀ ਕੀਤੀ ਹੋਈ ਵਿਕਾਰਾਂ ਦੀ ਜਿਹੜੀ ਮੈਲ ਹੈ ਉਹ ਲੈ ਜਾਣੀ ਹੈ। ਤੇਰੇ ਮਨ ਤੋਂ ਇਹ ਜਿਹੜੀ ਮੈਲ ਉਹ ਲੈ ਜਾਣੀ ਹੈ ਸਾਰੀ ਦੀ ਸਾਰੀ। ਮਨ ਤੋਂ ਜਿਹੜਾ ਹੰਕਾਰ ਹੈ ਉਹ ਦੂਰ ਹੋ ਜਾਵੇਗਾ, ਮਨ ਪਵਿੱਤਰ ਹੋ ਜਾਵੇਗਾ। ਕਾਮ ਕ੍ਰੋਧ ਨਾ ਮੋਹੀਐ, ਮੈਨੂੰ ਸਹਿ ਲੋਭ ਸੁਆਨ। ਉਸ ਪਰਮਾਤਮਾ ਦੇ ਨਾਮ ਦੀ ਸਿਮਰਨ ਜੋ ਕਰੇਗਾ, ਉਸ ਸਿਮਰਨ ਦੀ ਬਰਕਤ ਦੇ ਨਾਲ ਉਹ ਸਤਿਗੁਰੂ ਕਿਰਪਾ ਕਰੇਗਾ। ਜਿਹੜੇ ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਇਹ ਜਿਹੜੇ ਵਿਕਾਰ ਨੇ ਇਹਨਾਂ ਦੇ ਵਿੱਚ ਤੂੰ ਫਿਰ ਫਸਦਾ ਨਹੀਂ। ਕਹਿਣ ਲੱਗੀ ਜਿਹੜਾ ਲੋਭ ਹੈ ਨਾ, ਲੋਭ ਇਹ ਲਾਲਚੀ ਕੁੱਤੇ ਦੀ ਨਿਆਈ ਹੈ। ਜਿਹਨੂੰ ਹਲਕਾ ਹੋ ਜਾਵੇ, ਕਾਮ ਉਸ ਤਰ੍ਹਾਂ ਹੈ, ਜਿਹਨੂੰ ਜਿਸ ਕੁੱਤੇ ਨੂੰ ਹਲਕਾ ਹੋ ਜਾਵੇ, ਉਹਨੇ ਜਿੱਥੇ ਦੂਜਿਆਂ ਨੂੰ ਵੱਢਣਾ ਹੈ ਉੱਥੇ ਨਾਲ ਆਪਣੇ ਆਪ ਨੂੰ ਵੀ ਚੱਕ ਮਾਰਦਾ, ਕਿਉਂਕਿ ਉਹਨੂੰ ਸੋਝੀ ਨਹੀਂ ਰਹਿੰਦੀ। ਉਸੇ ਤਰ੍ਹਾਂ ਕਾਮ ਕ੍ਰੋਧ ਦੇ ਵਿੱਚ ਗਰਸੇ ਹੋਏ ਇਨਸਾਨ ਨੇ ਜਿੱਥੇ ਦੂਜੇ ਦੇ ਨਾਲ ਮਾੜਾ ਵਤੀਰਾ, ਮਾੜਾ ਸਲੂਕ ਕਰਦੇ ਨੇ, ਉੱਥੇ ਆਪਣੇ ਆਪ ਦੇ ਨਾਲ ਵੀ ਮਾੜਾ ਹੀ ਕਰਦੇ ਪਏ ਨੇ। ਕਿਉਂਕਿ ਡੱਬੀ ਦੀ ਜਿਹੜੀ ਤੀਲ ਹੈ ਉਹ ਅੱਗੇ ਬਾਲਣ ਨੂੰ ਅੱਗ ਤਾਂ ਲਾਵੇਗੀ ਜੇ ਪਹਿਲਾਂ ਆਪ ਬਲੇਗੀ। ਜਿਸ ਇਨਸਾਨ ਦੇ ਹਿਰਦੇ ਦੇ ਵਿੱਚੋਂ ਮੰਦੇ ਬੋਲ, ਮਾੜੇ ਬੋਲ, ਕ੍ਰੋਧ ਭਰੇ ਬੋਲ ਨਿਕਲਦੇ ਪਏ ਨੇ, ਉਹ ਆਪ ਕਿੰਨਾ ਸੜਿਆ ਹੋਵੇਗਾ, ਫਿਰ ਅੱਗੇ ਨੂੰ ਸੜਦਾ ਪਿਆ। ਕਾਮ ਕ੍ਰੋਧ ਨ ਮੋਹੀਐ, ਬਿਨ ਸਹਿ ਲੋਭ ਸੁਆਨ। ਸਤਿਗੁਰੂ ਜੀ ਕਹਿਣ ਲੱਗੇ ਪਰਮਾਤਮਾ ਦੀ ਨਾਮ ਦੀ ਬਰਕਤ ਨਾਲ ਇਹ ਜਿਹੜੇ ਕਾਮ ਕ੍ਰੋਧ ਨੇ ਸਰੀਰ ਨੂੰ ਫਿਰ ਕਸ਼ਟ ਨਹੀਂ ਪਹੁੰਚਾਉਂਦੇ, ਕਿਉਂਕਿ ਇਹ ਸ਼ੁਭ ਗੁਣ ਬਣ ਜਾਂਦੇ ਨੇ। ਕਾਮ ਦੀ ਜਗ੍ਹਾ ਸੰਜਮ ਨੇ ਲੈ ਲਈ ਹੈ, ਕ੍ਰੋਧ ਦੀ ਜਗ੍ਹਾ ਨਿਮਰਤਾ ਆ ਜਾਂਦੀ ਹੈ, ਮੋਹ ਦੀ ਜਗ੍ਹਾ ਪਿਆਰ ਨੇ ਲੈ ਲਈ, ਔਰ ਲੋਭ ਦੀ ਜਗ੍ਹਾ ਫਿਰ ਸਤਿਗੁਰਾਂ ਦੀ ਕਿਰਪਾ ਦੇ ਨਾਲ ਅੰਦਰ ਸੰਤੋਖ ਆ ਜਾਂਦਾ, ਸਹਿਜ ਆ ਜਾਂਦਾ ਹੈ। ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਇਹ ਸਾਰੇ ਫਲ ਨੇ ਜਿਹੜੇ ਸਾਧ ਜਨਾਂ ਦੀ ਸੰਗਤ ਵਿੱਚ, ਧੂੜੀ ਦੇ ਵਿੱਚ ਉਹਨਾਂ ਦੀ ਆਪਾਂ ਇਸ਼ਨਾਨ ਕੀਤਾ। ਸਤਿਗੁਰੂ ਜੀ ਕਹਿੰਦੇ ਇਹ ਫਲ ਮਿਲਦੇ ਨੇ ਅੱਗੇ। ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਜਦੋਂ ਪਰਮਾਤਮਾ ਦੇ ਦੱਸੇ ਹੋਏ ਮਾਰਗ ਉੱਪਰ ਚੱਲੇਗਾ, ਸਾਰਾ ਸੰਸਾਰ ਫਿਰ ਸ਼ੋਭਾ ਕਰਦਾ ਹੈ। ਪਹਿਲਾਂ ਤਾਂ ਕੁਰਾਈਆ ਆਖਦੇ ਨੇ ਕਿਹੜੇ ਪਾਸੇ ਲੱਗ ਪਿਆ, ਸੰਸਾਰ ਤੋਂ ਉਲਟੀ ਚਾਲ ਚੱਲਦਾ ਪਿਆ। ਜਦ ਪਤਾ ਲੱਗੇ ਨਹੀਂ ਇਹ ਰੂਹਾਨੀਅਤ ਪਾਸੇ ਚੱਲਿਆ, ਇਹਨੇ ਪਰਮਾਰਥ ਦਾ ਰਸਤਾ ਅਪਣਾਇਆ, ਫਿਰ ਸਾਰੇ ਮਗਰ ਤੁਰ ਪੈਂਦੇ ਨੇ ਕਿ ਸਾਨੂੰ ਵੀ ਇਹ ਪੈਂਡਾ, ਇਹ ਮਾਰਗ ਦੱਸ ਦਿਓ, ਇਹ ਤਰੀਕਾ ਦੱਸ ਦਿਓ ਜਿਸ ਨਾਲ ਅਸੀਂ ਪਰਮਾਤਮਾ ਨੂੰ ਜਾ ਮਿਲੀਏ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਲੋਕਾਂ ਨੇ ਕਰਾਹੀਆ ਵੀ ਆਖਿਆ, ਡੂਮ ਵੀ ਆਖਿਆ, ਭੂਤਨਾ ਵੀ ਆਖਿਆ ਸਤਿਗੁਰਾਂ ਨੂੰ। ਪਰ ਜਦੋਂ ਪਤਾ ਲੱਗਾ ਨਹੀਂ ਇਹ ਇਲਾਹੀ ਜੋਤ, ਉਹ ਨਿਰੰਕਾਰ ਅਕਾਲ ਪੁਰਖ ਆਪ ਹੈ, ਫਿਰ ਸਾਰਾ ਸੰਸਾਰ ਸਿਜਦਾ ਕਰਦਾ ਪਿਆ। ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। 68 ਤੀਰਥ ਸਗਲ ਪੁੰਨ, ਜੀ ਦਇਆ ਪਰਵਾਨ। 68 ਤੀਰਥ ਇਸ ਸੰਸਾਰ ਅੰਦਰ, ਇਸ ਦੇਸ਼ ਅੰਦਰ ਖਾਸ ਕਰਕੇ ਮੰਨੇ ਗਏ ਨੇ। ਕਹਿਣ ਲੱਗੇ ਇਹਨਾਂ 68 ਤੀਰਥਾਂ ਦਾ ਇਸ਼ਨਾਨ, ਸਾਰੇ ਪੁੰਨ ਜਿੰਨੇ ਕਰਮ ਉਹ ਤੈਨੂੰ ਇੱਕੋ ਵਾਰ ਮਿਲ ਜਾਣਗੇ। ਜਿਹੜੀ ਤੂੰ ਦਇਆ ਕਰਨੀ ਹੈ, ਜਿਹੜੇ ਧਾਰਮਿਕ ਕਰਮ ਤੂੰ ਮੰਨੀ ਬੈਠਾ ਕਿ ਜੇ ਮੈਂ ਜੀਵਾਂ ਉੱਤੇ ਦਇਆ ਕਰਾਂਗਾ ਤਾਂ ਮੈਂ ਪਤਾ ਨਹੀਂ ਕਿੰਨਾ ਕੁ ਮਹਾਨ ਹੋ ਜਾਵਾਂਗਾ। ਵੇਖੋ ਦਇਆ ਕਰਨੀ ਹੈ, ਪਰ ਇੱਕ ਫੋਕੀ ਦਇਆ ਹੋ ਜਾਂਦੀ ਜਿਹੜੀ ਜੈਨੀਆਂ ਨੇ ਅਪਣਾਈ ਹੈ ਕਿ ਅਸੀਂ ਨੰਗੇ ਪੈਰੀ ਤੁਰਨਾ ਹੈ, ਆਪਣੇ ਆਪ ਨੂੰ ਕਸ਼ਟ ਦੇ ਰਹੇ ਨੇ। ਜਦੋਂ ਸਿਮਰਨ ਕਰੇਗਾ ਫਿਰ ਇਹ ਸਭ ਕੁਝ, ਸਾਰੇ 68 ਤੀਰਥ, ਇਹ ਸਾਰੀ ਦਇਆ, ਜਿੰਨੇ ਪੁੰਨ ਕਰਮ ਨੇ, ਮਾਲਕ ਜੀ ਕਹਿਣ ਲੱਗੇ ਤੈਨੂੰ ਉਸ ਨਾਮ ਦੇ ਵਿੱਚੋਂ ਆਪ ਮਿਲ ਜਾਣਗੇ।
ਜਿਸਨੂੰ ਦੇਵੈ ਦਇਆ ਕਰ, ਸੋਈ ਪੁਰਖ ਸੁਜਾਨ। ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜਿਸ ਮਨੁੱਖ ਨੂੰ, ਜਿਸ ਹਿਰਦੇ ਦੀ ਉੱਪਰ ਸਤਿਗੁਰੂ ਕਿਰਪਾ ਕਰੇ, ਫਿਰ ਉਸ ਨੂੰ ਇਹ ਦਾਤ ਬਖਸ਼ ਦਿੰਦਾ ਹੈ। ਉਹ ਜਿਹੜਾ ਇਨਸਾਨ ਜ਼ਿੰਦਗੀ ਦੇ ਸਹੀ ਰਸਤੇ ਉੱਪਰ ਚੱਲ ਪੈਂਦਾ, ਸਿਆਣਾ ਹੋ ਜਾਂਦਾ, ਉਹਨੂੰ ਪਛਾਣ ਆ ਜਾਂਦੀ ਹੈ ਚੰਗੇ ਔਰ ਮਾੜੇ ਕਰਮਾਂ ਦੀ। ਕਿਹੜਾ ਕਾਰਜ ਮੈਂ ਕਰਨਾ, ਕਿਹੜਾ ਨਹੀਂ ਕਰਨਾ। ਫਿਰ ਉਹ ਮਾਲਕ ਦੀ ਕਿਰਪਾ ਦੇ ਨਾਲ ਸਿੱਧੇ ਰਸਤੇ ਦੇ ਉੱਪਰ ਤੁਰ ਪੈਂਦਾ ਹੈ। ਜਿਨਾ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ। ਸਤਿਗੁਰੂ ਜੀ ਕਹਿਣ ਲੱਗੇ, ਇਹ ਨਾਨਕ, ਜਿਨ੍ਹਾਂ ਨੂੰ ਉਹ ਪ੍ਰਭੂ ਪਰਮਾਤਮਾ ਉਹ ਪਿਆਰਾ ਮਿਲ ਪਿਆ, ਮੈਂ ਉਹਨਾਂ ਤੋਂ ਬਲਿਹਾਰ ਸੱਦ ਕੇ ਜਾਨਾ, ਉਹਨਾਂ ਤੋਂ ਕੁਰਬਾਨ ਜਾਨਾ ਹਾਂ। ਜਿਨ੍ਹਾਂ ਨੇ ਉਸ ਪਰਮਾਤਮਾ ਦੇ ਨਾਮ ਨੂੰ ਧਿਆਇਆ, ਉਹਨੂੰ ਚੇਤੇ ਕੀਤਾ, ਆਪਣਾ ਜੀਵਨ ਪਰਮਾਤਮਾ ਦੀ ਕਿਰਪਾ ਦੇ ਨਾਲ, ਉਹਦੀ ਕਿਰਪਾ ਰਹਿਮਤ ਦੇ ਸਦਕਾ ਆਪਣਾ ਜੀਵਨ ਉਹਨਾਂ ਨੇ ਜਿਹੜਾ ਬਤੀਤ ਕੀਤਾ, ਮੈਂ ਉਹਨਾਂ ਤੋਂ ਬਲਿਹਾਰ ਜਾਨਾ ਹਾਂ। ਮਾਗ ਸੁੱਚੇ ਸੇ ਕਾਢੀਐ, ਜਿਨ ਪੂਰਾ ਗੁਰ ਮਿਹਰਬਾਨ। ਸਤਿਗੁਰੂ ਜੀ ਕਹਿਣ ਲੱਗੇ, ਮਾਘ ਦੇ ਮਹੀਨੇ ਦੇ ਵਿੱਚ ਉਹੀ ਸੁੱਚੇ ਆਖੇ ਜਾਂਦੇ ਨੇ। ਅਸਲ ਦੇ ਵਿੱਚ ਉਹੀ ਸੁੱਚੇ ਨੇ ਜਿਨ੍ਹਾਂ ਨੇ ਆਪਣਾ ਜੀਵਨ ਸਤਿਗੁਰੂ ਦੀ ਕਿਰਪਾ ਦੇ ਨਾਲ ਬਤੀਤ ਕੀਤਾ, ਜਿਨ੍ਹਾਂ ਦੇ ਉੱਤੇ ਉਹ ਸਤਿਗੁਰੂ ਦਇਆਵਾਨ, ਉਹ ਪਰਮਾਤਮਾ ਜਿਹਨੇ ਸਾਰੇ ਜੀਵਾਂ 'ਤੇ ਦਇਆ ਕਰਨੀ, ਕਿਰਪਾ ਕਰਨੀ ਹੈ, ਉਹ ਮਿਹਰਬਾਨ ਹੋ ਜਾਵੇ। ਜਿਨ੍ਹਾਂ ਨੂੰ ਇਹ ਸਾਰੀਆਂ ਨਾਮ ਦੀਆਂ ਦਾਤਾਂ ਦਿੰਦਾ ਪਿਆ ਹੈ, ਉਹ ਤਰੁੱਠ ਜਾਵੇ। ਅਸਲ ਦੇ ਵਿੱਚ ਮਾਘ ਦਾ ਮਹੀਨਾ ਉਹਨਾਂ ਦੇ ਵਾਸਤੇ ਸਭ ਤੋਂ ਸੋਹਣਾ ਹੈ। ਉਹੀ ਸੁੱਚੇ ਨੇ। ਇਸ ਮਾਘ ਦੇ ਮਹੀਨੇ ਦੇ ਅੰਦਰ ਸਤਿਗੁਰੂ ਜੀ ਕਿਰਪਾ ਕਰਨ, ਸਾਡੇ ਉੱਤੇ ਵੀ ਕਿਰਪਾ ਕਰਨ, ਨਾਮ ਦਾਨ ਦੀ ਮਾਲਕ ਜੀ ਦਾਤਾਂ ਬਖਸ਼ਣ। ਸਾਡਾ ਵੀ ਇਹ ਮਾਘ ਦਾ ਮਹੀਨਾ ਜਿਹੜਾ ਸਫਲਾ ਹੋ ਜਾਵੇ, ਸਤਿਗੁਰੂ ਜੀ ਦੱਸੇ ਮਾਰਗ ਅਨੁਸਾਰ ਅਸੀਂ ਆਪਣਾ ਜੀਵਨ ਕਰੀਏ। ਸਤਿਗੁਰੂ ਸਾਧ ਜਨਾਂ ਦੀ ਸੰਗਤ ਵਿੱਚ ਸਾਨੂੰ ਵੀ ਬਿਠਾ ਲੈਣ। ਜਿਹੜੀ ਚਰਨ ਧੂੜੀ ਹੈ, ਸਾਡੇ ਕਿਰਪਾ ਕਰਕੇ ਸਾਨੂੰ ਬਖਸ਼ ਦੇਣ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ, ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਸੋ ਬਖਸ਼ ਲੈਣਾ ਜੀ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ। ਜਿਨ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ। ਮਾਘ ਸੁੱਚੇ ਸੇ ਕਾਢੀਐ, ਜਿਨ ਪੂਰਾ ਗੁਰ ਮਿਹਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।